ਪੀਟੀਵੀ ਇੰਡੀਆ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਮਦਨਦੀਪ, ਮੇਰੇ ਨਾਲ ਨੇ ਮੇਰੇ ਸਹਿਯੋਗੀ ਮਨਪ੍ਰੀਤ ਰੰਧਾਵਾ। ਜਦੋਂ ਪੰਜਾਬ ਦੇ ਅੰਦਰ ਚੋਣ ਪ੍ਰਚਾਰ ਜ਼ੋਰਾਂ ਤੇ ਸੀ, ਉਦੋਂ ਦੋ ਕੇਸ ਪੰਜਾਬ ਦੇ ਅੰਦਰ ਬਹੁਤ ਲੋਕਾਂ ਦੀ ਜ਼ੁਬਾਨ ਤੇ ਸੀ। ਇੱਕ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ ਤੇ ਦੂਸਰਾ ਸੀ ਵਿਕਰਮ ਮਜੀਠੀਆ ਨੂੰ ਲੈ ਕੇ। ਔਰ ਦੋਨਾਂ ਬਾਰੇ ਇਹ ਚਰਚਾ ਸੀ ਕਿ ਅੱਜ ਗ੍ਰਿਫਤਾਰ ਹੋਏ, ਕੱਲ ਗ੍ਰਿਫਤਾਰ ਹੋਏ। ਪਰ ਸੁਮੇਧ ਸੈਣੀ ਨੂੰ ਹਾਈ ਕੋਰਟ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਸੀ। ਹੁਣ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਜਦੋਂ ਗਿਆ ਤਾਂ ਸੁਪਰੀਮ ਕੋਰਟ ਦੇ ਜੱਜਾਂ ਨੇ ਹਾਈ ਕੋਰਟ ਦੇ ਇਸ ਫੈਸਲੇ ਉੱਤੇ ਹੈਰਾਨੀ ਪ੍ਰਗਟਾਈ ਹੈ। ਔਰ ਸਭ ਤੋਂ ਪਹਿਲਾਂ ਅਸੀਂ ਇਸੇ ਹੀ ਖਬਰ ਦੇ ਉੱਤੇ ਗੱਲਬਾਤ ਕਰਾਂਗੇ। ਖਬਰਾਂ ਕੁਝ ਹੋਰ ਵੀ ਨੇ। BBMB ਦਾ ਜਿਹੜਾ ਮਸਲਾ ਹੈ ਪੰਜਾਬ ਦੇ ਵਿੱਚ ਪੱਕਿਆ ਹੋਇਆ। ਚੋਣਾਂ ਤੋਂ ਵਿਲੀਆਂ ਹੋ ਕੇ ਪਾਰਟੀਆਂ ਧਰਨਾ ਮੁਜ਼ਾਹਰੇ ਤੇ ਆ ਗਈਆਂ ਕੇਂਦਰ ਸਰਕਾਰ ਦੇ ਖਿਲਾਫ। ਆਮ ਆਦਮੀ ਪਾਰਟੀ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਇਹਨਾਂ ਧਰਨਾ ਮੁਜ਼ਾਹਰਿਆਂ 'ਚ। ਕਿਸਾਨਾਂ ਵੱਲੋਂ ਵੀ ਅੱਜ ਚੰਡੀਗੜ੍ਹ 'ਚ ਧਰਨਾ ਦਿੱਤਾ ਗਿਆ, ਮੰਗ ਪੱਤਰ ਦਿੱਤਾ ਗਿਆ ਪੰਜਾਬ ਦੇ ਰਾਜਪਾਲ ਨੂੰ। ਇਹ ਕਿਹਾ ਗਿਆ ਕਿ ਪੰਜਾਬ ਦੇ ਰਾਜਪਾਲ ਨੇ ਮੰਗ ਪੱਤਰ ਨਹੀਂ ਲਿਆ, ਉੱਥੇ ਬੈਠ ਕੇ ਉਹਨਾਂ ਨੇ ਧਰਨਾ ਦੇ ਦਿੱਤਾ। ਇਸ ਤੋਂ ਇਲਾਵਾ ਬੀਬੀ ਭੱਠਲ ਨੂੰ ਹਾਰ ਦਾ ਡਰ ਸਤਾ ਰਿਹਾ, ਕਿਉਂਕਿ ਉਹਨਾਂ ਨੇ EVM ਦੇ ਉੱਤੇ ਸ਼ੱਕ ਪ੍ਰਗਟਾਇਆ ਕਿ EVM ਮਸ਼ੀਨਾਂ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਔਰ ਇੱਕ ਹੋਰ ਅਹਿਮ ਮੁੱਦਾ ਹੈ, ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਦੀ ਯੂਕਰੇਨ ਦੇ ਵਿੱਚ ਜਿਹੜੀ ਤਰਾਸਦੀ ਹੈ ਉਹਨੂੰ ਯੂਪੀ ਦੇ ਵਿੱਚ ਚੋਣ ਮੁੱਦਾ ਬਣਾ ਲਿਆ। ਇਹਦੇ ਤੇ ਵੀ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਕੀਤੀਆਂ ਗਈਆਂ ਸੁਮੇਧ ਸੈਣੀ ਨੂੰ ਦਿੱਤੀ ਗਈ ਜ਼ਮਾਨਤ ਉੱਤੇ ਟਿੱਪਣੀਆਂ ਤੇ ਅਸੀਂ ਗੱਲ ਕਰਾਂਗੇ। ਮਨਪ੍ਰੀਤ ਜੀ, ਜਿਹੜੀਆਂ ਸੁਪਰੀਮ ਕੋਰਟ ਵੱਲੋਂ ਅੱਜ ਟਿੱਪਣੀਆਂ ਕੀਤੀਆਂ ਗਈਆਂ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਸੁਪਰੀਮ ਕੋਰਟ ਨੇ ਅੱਜ ਮਦਨਦੀਪ ਜੀ ਬਹੁਤ ਹੀ ਸਖਤ ਟਿੱਪਣੀਆਂ ਕੀਤੀਆਂ ਨੇ। ਸੁਮੇਧ ਸਿੰਘ ਸੈਣੀ ਜਿਹੜੇ ਕਿ ਸਾਬਕਾ DGP ਰਹੇ ਨੇ ਪੰਜਾਬ ਦੇ, ਔਰ ਆਪਾਂ ਨੂੰ ਪਤਾ ਕਿ ਅਕਸਰ ਉਹਨਾਂ ਦਾ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ, ਬੜੇ ਕੰਟਰੋਵਰਸ਼ੀਅਲ ਫਿਗਰ ਰਹੇ ਆ। ਅੱਜ ਵੀ ਉਹਨਾਂ ਦੇ ਖਿਲਾਫ ਕਈ ਤਰ੍ਹਾਂ ਦੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ, ਕਿਡਨੈਪਿੰਗਸ ਹੋਈਆਂ, ਕਰਪਸ਼ਨ ਹੋਏ, ਜਾਂ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਕੁਝ ਲੋਕ ਸੀ ਉਹਨਾਂ ਤੇ ਗੋਲੀਆਂ ਚਲਾਉਣ ਦੇ ਮਾਮਲੇ ਅੱਜ ਵੀ ਉਹਨਾਂ ਦੇ ਖਿਲਾਫ ਪੈਂਡਿੰਗ ਨੇ। ਲੇਕਿਨ ਸਭ ਤੋਂ ਪਹਿਲਾਂ ਆਪਾਂ ਸੁਪਰੀਮ ਕੋਰਟ ਦੇ ਅੱਜ ਦੇ ਉਸ ਟਿੱਪਣੀ ਦੀ ਗੱਲ ਕਰਦੇ ਹਾਂ। ਦਰਅਸਲ ਇਹਦਾ ਬੈਕਗਰਾਊਂਡ ਇਹ ਹੈ ਕਿ ਕੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਅਰਵਿੰਦਰ ਸਿੰਘ ਸਾਂਗਵਾਨ ਨੇ ਫੈਸਲਾ ਦਿੱਤਾ ਸੀ, ਬਲਕਿ ਉਹਨਾਂ ਨੇ ਐਕਸਟੈਂਸ਼ਨ ਹੀ ਦਿੱਤੀ ਸੀ ਆਪਣੇ ਪੁਰਾਣੇ ਆਰਡਰ ਨੂੰ, ਕਿ ਸੁਮੇਧ ਸਿੰਘ ਸੈਣੀ ਨੂੰ ਬਲੈਂਕਟ ਬੇਲ ਦਿੱਤੀ ਜਾਂਦੀ ਹੈ, ਯਾਨੀ ਕਿ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ। ਇੱਕ ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪੁਰਾਣੇ ਮਾਮਲੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਕਿਸੇ ਤਰ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ, ਤੇ ਜਿਹੜੇ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਕੋਈ ਮਾਮਲਾ ਦਰਜ ਹੁੰਦਾ ਉਹਨਾਂ ਦੇ ਵਿੱਚ ਵੀ ਉਹਨਾਂ ਦੀ ਜ਼ਮਾਨਤ ਕਰ ਦਿੱਤੀ ਸੀ। ਇਸ ਚੀਜ਼ ਨੂੰ ਲੈ ਕੇ ਸੁਪਰੀਮ ਕੋਰਟ ਹੈਰਾਨ ਹੱਕਾ ਬੱਕਾ ਰਹਿ ਗਿਆ। ਇਸੇ ਕਰਕੇ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਨੇ ਸੁਪਰੀਮ ਕੋਰਟ ਨੇ ਮਦਨਦੀਪ ਜੀ, ਉਹ ਵਰਤੇ ਨੇ ਸ਼ੌਕਿੰਗ ਐਂਡ ਅਨਪ੍ਰੈਸੀਡੈਂਟਡ। ਇਹ ਦੋ ਗੱਲਾਂ ਉਹਨਾਂ ਨੇ ਕਹੀਆਂ। ਤੁਸੀਂ ਦੇਖੋ, ਭਾਰਤ ਦੇ ਜਿਹੜੇ ਚੀਫ ਜਸਟਿਸ ਨੇ, ਚੀਫ ਜਸਟਿਸ NV ਰਮੰਨਾ, ਇਸੇ ਤਰ੍ਹਾਂ ਜਸਟਿਸ AS ਬੋਪਾਨਾ ਔਰ ਇਸੇ ਤਰ੍ਹਾਂ ਜਸਟਿਸ ਹਿਮਾ ਕੋਹਲੀ, ਇਹ 3 ਜੱਜਿਸ ਦੀ ਬੈਂਚ ਸੀ ਜਿਹੜੇ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਲੀਵ ਪਟੀਸ਼ਨ ਫਾਈਲ ਕੀਤੀ ਗਈ ਸੀ ਉਸ ਹਾਈ ਕੋਰਟ ਦੇ ਆਰਡਰ ਦੇ ਖਿਲਾਫ। ਪੰਜਾਬ ਸਰਕਾਰ ਹੀ ਗਈ ਸੀ SLP ਨੂੰ ਲੈ ਕੇ, ਉਸ ਕੇਸ ਦੀ ਇਹ ਸੁਣਵਾਈ ਹੋ ਰਹੀ ਸੀ। ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸਾਂਗਵਾਨ ਨੇ ਸੁਮੇਧ ਸਿੰਘ ਸੈਣੀ ਨੂੰ ਬਲੈਂਕਟ ਬੇਲ ਦੇ ਦਿੱਤੀ ਆ, ਪੁਰਾਣੇ ਕੇਸਾਂ ਦੇ ਵਿੱਚ ਵੀ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਜੇ ਕੋਈ ਕੇਸ ਦਰਜ ਹੋਵੇ ਉਸ ਤੇ, ਇਸੇ ਦੀ ਉਹਨਾਂ ਦੀ ਟਿੱਪਣੀ ਸੀ ਕਿ ਅਸੀਂ ਸ਼ੌਕ ਨਾ, ਇਹ ਅਨਪ੍ਰੈਸੀਡੈਂਟਡ, ਯਾਨੀ ਕਿ ਇਸ ਤਰ੍ਹਾਂ ਦੀ ਕੋਈ ਉਦਾਹਰਨ ਹੀ ਨਹੀਂ ਹੈ ਜੁਡੀਸ਼ਰੀ ਦੇ ਵਿੱਚ ਕਿ ਜਿੱਥੇ ਲੋਕਾਂ ਨੂੰ ਆਉਣ ਵਾਲਾ ਜੇ ਕੋਈ ਜੁਰਮ ਹੋਵੇ ਜਿਹੜਾ ਹੋਇਆ ਹੀ ਨਹੀਂ ਹਜੇ ਤੱਕ, ਉਸ ਦੇ ਵਿੱਚ ਵੀ ਜ਼ਮਾਨਤ ਮਿਲ ਜੇ। ਮੈਂ ਇਹ ਦੱਸਦਾ ਕਿ ਸਿਰਫ ਇੱਕ ਕੇਸ ਨੂੰ ਛੱਡ ਕੇ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤਰ੍ਹਾਂ ਦੀ ਬਲੈਂਕਟ ਬੇਲ ਦਿੱਤੀ ਸੀ। ਤੁਹਾਨੂੰ ਪਤਾ ਹੋਣਾ ਬਲਵੰਤ ਸਿੰਘ ਮੁਲਤਾਨੀ ਮਰਡਰ ਕੇਸ, ਉਹ ਵੀ ਅੱਜ ਕੱਲ ਸੁਪਰੀਮ ਕੋਰਟ ਦੇ ਵਿੱਚ ਬਹੁਤ ਦੇਰ ਤੋਂ ਪੈਂਡਿੰਗ ਆ। ਉਸ ਮਾਮਲੇ ਨੂੰ ਛੱਡ ਕੇ ਬਾਕੀ ਸਾਰੇ ਮਾਮਲਿਆਂ ਤੇ ਬਲੈਂਕਟ ਬੇਲ ਹੋ ਗਈ ਸੀ। ਹੁਣ ਮੈਂ ਥੋੜੀ ਜਿਹੀ ਇਹਦੀ ਬੈਕਗਰਾਉਂਡ ਵੀ ਦੱਸ ਦਿੰਦਾ। ਦਰਅਸਲ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਸਾਲ 10 ਸਤੰਬਰ
10 ਸਤੰਬਰ ਨੂੰ ਸਨ 2021 ਦੇ ਵਿੱਚ ਵੀ ਇਹਨਾਂ ਹੀ ਜੱਜ ਸਾਹਿਬਾਨ ਨੇ, ਜਸਟਿਸ ਸਾਂਗਵਾਨ ਨੇ ਇਸੇ ਤਰ੍ਹਾਂ ਦੀ ਬਲੈਂਕਟ ਬੇਲ ਦਿੱਤੀ ਸੀ ਸੁਮੇਧ ਸਿੰਘ ਸੈਣੀ ਉਹਨਾਂ ਨੂੰ। ਔਰ ਤੁਸੀਂ ਯਾਦ ਕਰੋ, ਉਦੋਂ ਉਹਨਾਂ ਨੇ ਕਿਹਾ ਸੀ ਕਿ ਚੋਣਾਂ ਤੱਕ, ਜਿਹੜੀਆਂ ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਸੀ ਇਸੇ ਸਨ 2022 ਦੇ ਫਰਵਰੀ ਦੇ ਮਹੀਨੇ ਤੱਕ, ਉਹ ਉਹਨਾਂ ਨੇ ਬਲੈਂਕਟ ਬੇਲ ਦਿੱਤੀ ਸੀ। ਔਰ ਉਸ ਤੋਂ ਬਾਅਦ ਕੱਲ ਇਸ ਨੂੰ ਐਕਸਟੈਂਡ ਕਰ ਦਿੱਤਾ, ਯਾਨੀ ਕਿ ਪੁਰਾਣੇ ਆਰਡਰ ਨੂੰ ਐਕਸਟੈਂਡ ਕੀਤਾ 20 ਅਪ੍ਰੈਲ ਤੱਕ। ਇਸੇ ਚੀਜ਼ ਨੂੰ ਲੈ ਕੇ ਤੁਸੀਂ ਦੇਖੋ ਸੁਪਰੀਮ ਕੋਰਟ ਹੈਰਾਨ ਸੀ। ਔਰ ਦੇਖੋ ਸੁਪਰੀਮ ਕੋਰਟ ਨੇ ਇੱਕ ਹੋਰ ਗੱਲ ਕਹੀ ਹੈ ਮਦਨਦੀਪ ਜੀ, ਉਹ ਵੀ ਮੈਂ ਤੁਹਾਨੂੰ ਦੱਸਦਾ। ਉਹਨਾਂ ਨੇ ਚੀਫ ਜਸਟਿਸ ਨੂੰ ਰਿਕੁਐਸਟ ਕੀਤੀ ਹੈ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ। ਉਹਨਾਂ ਨੇ ਕਿਹਾ ਕਿ ਤੁਸੀਂ ਆਪ ਇਸ ਕੇਸ ਦੀ ਸੁਣਵਾਈ ਜਾਂ ਕਿਸੇ ਹੋਰ ਜੱਜ ਦੀ ਡਿਊਟੀ ਲਾ ਕੇ ਇਸ ਕੇਸ ਦੀ ਸੁਣਵਾਈ ਕਰਕੇ 2 ਹਫ਼ਤਿਆਂ ਦੇ ਵਿੱਚ ਇਹਦਾ ਨਿਪਟਾਰਾ ਕਰੋ, ਤੇ ਅਸੀਂ ਸੁਪਰੀਮ ਕੋਰਟ, ਯਾਨੀ ਕਿ ਸੁਪਰੀਮ ਕੋਰਟ, ਅਸੀਂ ਇਸ ਕੇਸ ਨੂੰ ਹਜੇ ਡਿਸਪੋਜ਼ ਆਫ ਨਹੀਂ ਕੀਤਾ, ਇਸ ਦੀ ਸੁਣਵਾਈ ਜਾਰੀ ਰਹੇਗੀ, ਅਸੀਂ ਦੇਖਾਂਗੇ ਕਿ ਇਸ ਤੇ ਕੀ ਫੈਸਲਾ ਆਉਂਦਾ। ਇਸ ਕੇਸ ਦੇ ਵਿੱਚ ਪੰਜਾਬ ਦੇ ਐਡਵੋਕੇਟ ਜਨਰਲ ਜਿਹੜੇ DS ਪਟਵਾਲੀਆ, ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਸੀ, ਨੁਮਾਇੰਦਗੀ ਕਰ ਰਹੇ ਸੀ, ਤੇ ਸੁਮੇਧ ਸਿੰਘ ਸੈਣੀ ਹੋਣਾ ਦੀ ਜਿਹੜੀ ਨੁਮਾਇੰਦਗੀ ਸੀ, ਉਹ ਭਾਰਤ ਦੇ ਮੰਨੇ ਪ੍ਰਮੰਨੇ ਵਕੀਲ ਜਿਹੜੇ ਹੈ ਮੁਕੁਲ ਰੋਹਤਗੀ, ਉਹ ਪੇਸ਼ ਹੋਏ ਸੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਸਟੇਟ ਸੁਮੇਧ ਸਿੰਘ ਸੈਣੀ ਹੁਣ ਨਾਲ ਧੱਕਾ ਕਰ ਰਹੀ ਹੈ। ਇਹਦੇ ਨਾਲ ਹੀ ਮੈਂ ਥੋੜਾ ਜਿਹਾ ਜੁੜਦਾ ਹੋਇਆ, ਕਿਉਂਕਿ ਮਾਮਲਾ ਇਹ ਜੁੜਿਆ ਹੋਇਆ ਸਨ 2018 ਤੋਂ। ਸਭ ਤੋਂ ਪਹਿਲਾਂ ਸੁਮੇਧ ਸਿੰਘ ਸੈਣੀ ਨੂੰ ਇੰਟਰਿਮ ਬੇਲ ਮਿਲੀ ਸੀ, ਆਰਜ਼ੀ ਤੌਰ ਤੇ ਬੇਲ ਮਿਲੀ ਸੀ, ਤੇ ਉਦੋਂ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਉਹ ਪੇਸ਼ ਹੋਏ ਸੀ। ਪਰ ਉਹ ਜਿਹੜੀ ਇੰਟਰਿਮ ਬੇਲ ਮਿਲੀ ਸੀ, ਜਿਹੜੀ ਉਹਨਾਂ ਨੂੰ ਆਰਜ਼ੀ ਤੌਰ ਤੇ ਜ਼ਮਾਨਤ ਮਿਲੀ ਸੀ, ਉਹਨੂੰ ਰੋਕ ਨਹੀਂ ਸਕੇ। ਔਰ ਤੁਸੀਂ ਇੱਕ ਗੱਲ ਹੋਰ ਦੇਖੋ ਮਦਨਦੀਪ ਜੀ, ਉਸ ਤੋਂ ਬਾਅਦ ਐਡਵੋਕੇਟ ਜਨਰਲ APS ਦਿਓਲ ਆਉਂਦੇ ਨੇ, DS ਪਟਵਾਲੀਆ ਆਉਂਦੇ ਨੇ। ਇਹਨਾਂ ਨੇ ਕਦੇ ਵੀ, ਇੰਨਾ ਚਿਰ ਹੋ ਗਿਆ, ਪਿਛਲੇ 10 ਸਤੰਬਰ ਦਾ ਇਹ ਫੈਸਲਾ ਆਇਆ ਹੋਇਆ ਜਿਹੜੀ ਬਲੈਂਕਟ ਬੇਲ ਦਾ, ਲੇਕਿਨ ਕੀ ਗੱਲ ਆ ਕਿ ਇੰਨੀ ਦੇਰ ਤੱਕ SLP ਦੇ ਵਿੱਚ ਜਾ ਕੇ ਇਹਨੂੰ ਚੈਲੰਜ ਹੀ ਨਹੀਂ ਕੀਤਾ ਗਿਆ। ਇੰਨੀ ਦੇਰ ਕਿਉਂ ਲੱਗੀ? ਲਗਭਗ ਉਸ ਨੂੰ ਵੀ 6 ਮਹੀਨੇ ਹੋ ਚੱਲੇ ਆ। ਸੋ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਉਣਗੀਆਂ, ਸੁਮੇਧ ਸਿੰਘ ਸੈਣੀ ਹੁਣਾਂ ਤੇ ਪੁਰਾਣੇ ਵੀ ਕਈ ਕੇਸ ਆ। ਔਰ ਮੈਨੂੰ ਇਹ ਵੀ ਯਾਦ ਆ ਕਿ ਜਿਸ ਟਾਈਮ ਤੀਰਥ ਸਿੰਘ ਠਾਕੁਰ, ਜਿਹੜੇ ਜਸਟਿਸ ਇੰਡੀਆ ਦੇ ਵੀ ਜਸਟਿਸ ਰਹੇ ਨੇ, ਸੁਪਰੀਮ ਕੋਰਟ ਦੇ ਚੀਫ ਜਸਟਿਸ ਰਹੇ ਨੇ, ਤੇ ਪੰਜਾਬ ਦੇ ਵੀ ਉਹ ਚੀਫ ਜਸਟਿਸ ਰਹੇ ਨੇ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਵੀ ਇੱਕ ਲੈਟਰ ਲਿਖੀ ਸੀ, ਤੁਹਾਨੂੰ ਯਾਦ ਹੋਣਾ। ਉਸ ਲੈਟਰ ਨੇ ਵੀ ਬਹੁਤ ਬਵਾਲ ਮਚਾਇਆ ਸੀ, ਬਹੁਤ ਵਿਵਾਦ ਪੈਦਾ ਕੀਤਾ, ਉਹਨੂੰ ਲੈਟਰ ਬੰਬ ਕਹਿੰਦੇ ਨੇ। ਉਸ ਦੇ ਵਿੱਚ ਵੀ ਉਹਨਾਂ ਨੇ ਸੁਮੇਧ ਸਿੰਘ ਸੈਣੀ ਹੋਣਾ ਤੇ ਬੜੇ ਸੰਗੀਨ ਦੋਸ਼ ਲਾਏ ਸੀ। ਇਸੇ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਨੇ VK ਝਾਂਜੀ, ਉਹਨਾਂ ਨੇ ਵੀ ਬੜੇ ਸੰਗੀਨ ਜੁਰਮ ਲਾਏ ਸੀ। ਪਰ ਸੁਮੇਧ ਸਿੰਘ ਸੈਣੀ ਅਕਸਰ ਇਹਨਾਂ ਸਾਰੇ ਦੋਸ਼ਾਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਬਚਦੇ ਰਹੇ, ਜਾਂ ਤਾਂ ਉਹਨਾਂ ਨੂੰ ਜ਼ਮਾਨਤਾਂ ਮਿਲਦੀਆਂ ਰਹੀਆਂ। ਇੱਕ ਗੱਲ ਮੈਂ ਤੁਹਾਨੂੰ ਲਾਸਟ ਵਿੱਚ ਹੋਰ ਕਹਿਦਾ ਇਸ ਕੇਸ ਦੇ ਨਾਲ ਸੰਬੰਧਿਤ, ਤੁਸੀਂ ਦੇਖੋ ਪੰਜਾਬ ਸਰਕਾਰ ਦੇ ਵਕੀਲਾਂ ਦਾ ਇਹ ਫਰਜ਼ ਸੀ ਕਿ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਲੱਗਦੇ ਆ, ਤੇ ਸੁਮੇਧ ਸਿੰਘ ਸੈਣੀ ਦੀ ਜਿਹੜਾ ਸਾਰੇ ਉਹਨਾਂ ਦੇ ਕ੍ਰੈਡੈਂਸ਼ੀਅਲ, ਜਿਨ੍ਹਾਂ ਨੂੰ ਅਸੀਂ ਕਹਿੰਦੇ, ਉਹਨਾਂ ਦੀ ਹਿਸਟਰੀ ਆ ਜਾਂ ਉਹਨਾਂ ਦਾ ਪਾਸਟ ਆ, ਉਹਨਾਂ ਦਾ ਪਿਛੋਕੜ ਕੀ ਆ, ਉਹ ਸਾਰਾ ਕੋਰਟ ਦੇ ਅੱਗੇ ਰੱਖਣਾ। ਇਹਨਾਂ ਨੇ ਪੁਰਾਣੇ ਬਹੁਤ ਸਾਰੇ ਕੇਸ ਕਦੇ ਪਿਛੋਕੜ ਉਹਨਾਂ ਦਾ ਰੱਖਿਆ ਹੀ ਨਹੀਂ, ਕਿ ਇਹਨਾਂ ਦੇ ਪਿਛੋਕੜ ਵਿੱਚ ਤਾਂ ਇਹਨਾਂ ਦੇ ਬਹੁਤ ਸਾਰੇ ਕੇਸ ਆ ਜਿਹੜੇ ਉਹ ਹਜੇ ਵੀ ਪੈਂਡਿੰਗ ਆ। ਸੋ ਇਸ ਕਰਕੇ ਮੈਨੂੰ ਲੱਗਦਾ ਕਿਤੇ ਨਾ ਕਿਤੇ, ਕਿਉਂਕਿ ਜੱਜ ਸਾਹਿਬਾਨ ਕੋਲੇ ਜੋ ਉਹਨਾਂ ਦੇ ਕੋਲ ਰੈਕਟ ਤੇ ਹੁੰਦਾ, ਜੋ ਉਹਨਾਂ ਦੇ ਸਾਹਮਣੇ ਹੁੰਦਾ, ਉਸੇ ਤੇ ਉਹ ਫੈਸਲਾ ਦਿੰਦੇ ਨੇ। ਸੋ ਇਸ ਦੇ ਵਿੱਚ ਪੰਜਾਬ ਸਰਕਾਰ ਨਹੀਂ ਕਿ ਸਮੇਂ-ਸਮੇਂ ਸਿਰ ਜਦੋਂ ਸਰਕਾਰਾਂ ਆਉਂਦੀ, ਚਾਹੇ ਕਾਂਗਰਸ ਦੀ ਹੋਵੇ ਚਾਹੇ ਅਕਾਲੀ ਦਲ ਦੀ ਹੋਵੇ, ਦੋਸ਼ ਲੱਗਦੇ ਰਹੇ ਆ ਕਿ ਸੁਮੇਧ ਸੈਣੀ ਨੂੰ ਕਿਤੇ ਨਾ ਕਿਤੇ ਬਚਾਇਆ ਜਾ ਰਿਹਾ ਆ। ਪਰ ਜਿਸ ਤਰ੍ਹਾਂ ਹੁਣ ਸੁਪਰੀਮ ਕੋਰਟ ਨੇ ਖੁਦ ਇਹ ਕਿਹਾ ਕਿ ਉਹ ਨਿਗਰਾਨੀ ਕਰਨਗੇ, ਆਂਦੇ ਆਪ ਇਹ ਕੇਸ ਚੱਲ ਰਿਹਾ ਸੁਪਰੀਮ ਕੋਰਟ 'ਚ, ਇਹਦਾ ਮਤਲਬ ਜਦੋਂ 2 ਹਫ਼ਤਿਆਂ ਤੱਕ ਦੁਬਾਰਾ ਹਾਈ ਕੋਰਟ ਦੇ ਵਿੱਚ ਜੋ ਵੀ ਫੈਸਲਾ ਹੋਵੇਗਾ, ਉਹਦੇ ਤੇ ਵੀ ਸੁਪਰੀਮ ਕੋਰਟ ਦੀ ਸਖਤ ਨਿਗਾਹ ਹੋਵੇਗੀ। ਔਰ ਸੁਪਰੀਮ ਕੋਰਟ ਨਿਸ਼ਚਿਤ ਤੌਰ ਤੇ ਸੁਪਰੀਮ ਕੋਰਟ ਦੇ ਮੁਤਾਬਕ ਮੇਰਾ ਖਿਆਲ ਹੈ ਕਿ ਉਹ ਫੈਸਲਾ ਆਏਗਾ, ਜਿਹੜਾ ਅਗਲਾ ਫੈਸਲਾ ਆਊਗਾ। ਹੁਣ ਤੁਹਾਡਾ ਕੀ ਖਿਆਲ ਹੈ, ਹਾਈ ਕੋਰਟ ਦਾ ਕੀ ਰਵੱਈਆ ਰਹੇਗਾ? ਨਹੀਂ, ਬਿਲਕੁਲ ਜਿਸ ਤਰ੍ਹਾਂ ਦੀ ਸਖਤ ਟਿੱਪਣੀ ਕੀਤੀ ਆ ਉਹਨਾਂ ਨੇ, ਔਰ ਜਿਸ ਤਰ੍ਹਾਂ ਦੀ ਬਲੈਂਕਟ ਬੇਲ ਮਿਲੀ ਆ ਕੱਲ ਦੇ ਉਸ ਆਰਡਰ ਦੇ ਵਿੱਚ ਜਸਟਿਸ ਸਾਂਗਵਾਨ ਨੇ ਦਿੱਤੀ ਆ, ਉਹ ਤਾਂ ਵਾਕਈ ਬੜੀ ਹੈਰਾਨ ਕਰਨ ਵਾਲੀ ਸੀ। ਤੁਸੀਂ ਆਪ ਦੇਖੋ ਮਦਨਦੀਪ ਜੀ, ਕਿ ਸਾਡੇ ਵਰਗੇ ਇੱਕ ਆਮ ਵਿਅਕਤੀ ਨੂੰ, ਜਿੱਥੇ ਅਦਾਲਤ ਦਾ ਜਿਹੜਾ ਇਨਸਾਫ ਆ, ਹਰ ਵਿਅਕਤੀ ਨੂੰ ਉਸ ਤੇ ਭਰੋਸਾ ਹੁੰਦਾ ਕਿ ਅਸੀਂ ਇਹ ਤਵੱਕੋ ਕਰ ਸਕਦੇ ਕਿ ਸਾਨੂੰ ਕੋਈ ਬਲੈਂਕਟ ਬੇਲ ਮਿਲ ਜੇ ਪੁਰਾਣੇ ਕੇਸਾਂ ਦੇ ਵਿੱਚ ਵੀ, ਤੇ ਜਿਹੜੇ ਉਹ ਜੁਰਮ ਹਜੇ ਅਸੀਂ ਜਿਹੜੇ ਕੀਤੇ ਹੀ ਨਹੀਂ ਉਹਨਾਂ ਤੇ ਵੀ ਬੇਲ ਮਿਲ ਜੇ। ਇਹ ਤਾਂ ਆਪਣੇ ਆਪ ਦੇ ਵਿੱਚ ਹੀ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਜਦੋਂ ਲਾਸਟ ਟਾਈਮ ਵੀ ਇਹ ਫੈਸਲਾ ਆਇਆ ਸੀ 10 ਸਤੰਬਰ ਸਨ 2021 ਦੇ ਵਿੱਚ,
ਉਦੋਂ ਵੀ ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋਈ ਸੀ ਜੇ ਉਦੋਂ SLP ਲੱਗ ਜਾਂਦੀ ਸੁਪਰੀਮ ਕੋਰਟ ਦੇ ਵਿੱਚ, ਤੇ ਜਿਹੜੀਆਂ ਉਹ ਅੱਜ ਕਹਿ ਰਹੇ ਨੇ ਸ਼ੌਕਿੰਗ ਐਂਡ ਅਨਪ੍ਰੈਸੀਡੈਂਟਡ, ਸ਼ਾਇਦ ਉਦੋਂ ਵੀ ਇਹੀ ਗੱਲ ਕਹਿ ਦਿੰਦੇ। ਠੀਕ ਗੱਲ ਹੈ ਮਨਪ੍ਰੀਤ ਜੀ, ਚਾਹੇ ਮਾਮਲਾ ਬੇਅਦਬੀਆਂ ਦਾ ਹੋਵੇ ਜਾਂ ਫਿਰ ਜਿਹੜਾ ਇੱਕ ਘਾਣ ਕੀਤਾ ਗਿਆ ਖਾਸ ਕਰਕੇ ਪੰਜਾਬ ਦੇ ਅੰਦਰ ਵੀ ਔਰ ਦਿੱਲੀ ਦੇ ਵਿੱਚ ਵੀ ਸਿੱਖਾਂ ਦਾ ਘਾਣ ਕੀਤਾ ਗਿਆ, ਉੱਥੇ ਵੀ ਹਾਲੇ ਤੱਕ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਵੀ ਜਿਹੜੀਆਂ ਜ਼ਿਆਦਤੀਆਂ ਪੁਲਿਸ ਵੱਲੋਂ ਕੀਤੀਆਂ ਗਈਆਂ, ਜਿਹੜੇ ਬੇਗੁਨਾਹ ਜਿਹੜੇ ਨੌਜਵਾਨ ਸੀ ਉਹਨਾਂ ਦੇ ਕਤਲ ਕੀਤੇ ਗਏ ਪੁਲਿਸ ਵੱਲੋਂ, ਉਸ ਸੰਬੰਧੀ ਵੀ ਹਾਲੇ ਲੋਕ ਉਡੀਕ ਰਹੇ ਆ। ਸਾਲਾਂ ਦੇ ਸਾਲ ਬੀਤ ਗਏ, 3 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਆ, ਪਰ ਹਾਲੇ ਤੱਕ ਵੀ ਇਨਸਾਫ ਨਹੀਂ ਮਿਲਿਆ। ਹੁਣ ਜਦੋਂ ਸੁਪਰੀਮ ਕੋਰਟ ਇੰਨਾ ਖੁਦ ਸੁਪਰੀਮ ਕੋਰਟ ਦੇ ਜੱਜ ਸਖਤ ਹੋ ਰਹੇ ਆ, ਤਾਂ ਮੇਰਾ ਖਿਆਲ ਹੈ ਉਮੀਦ ਕੀਤੀ ਜਾ ਸਕਦੀ ਹੈ ਕਿ ਕਿਸੇ ਨਾ ਕਿਸੇ ਇਹ ਜਿਹੜਾ ਮਾਮਲਾ ਆ ਇਹ ਕਿਤੇ ਨਾ ਕਿਤੇ ਬੰਨੇ ਲੱਗੂਗਾ ਲਾਜ਼ਮੀ। ਲੇਕਿਨ ਵਧਦੇ ਅਸੀਂ ਅਗਲੀ ਖਬਰ ਵੱਲ। ਪੰਜਾਬ 'ਚ ਆਉਣ ਤੋਂ ਪਹਿਲਾਂ ਮੈਂ ਇੱਕ ਵਾਰ ਯੂਪੀ ਦੇ ਵਿੱਚ ਜੋ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਦੇ ਵਿੱਚ ਜੋ ਸੁਣਿਆ ਗਿਆ, ਮੈਂ ਉਹਦੇ ਤੇ ਥੋੜੀ ਜਿਹੀ ਤੁਹਾਡੇ ਤੋਂ ਟਿੱਪਣੀ ਚਾਹੁੰਦਾ। ਜਿਵੇਂ ਕਿ ਅਸੀਂ ਜਾਣਦੇ ਹਾਂ ਯੂਕਰੇਨ ਦੇ ਵਿੱਚ ਯੁੱਧ ਚੱਲ ਰਿਹਾ, ਸੋਵੀਅਤ ਸੰਘ ਵੱਲੋਂ ਰਸ਼ੀਆ ਵੱਲੋਂ ਜਿਸ ਤਰ੍ਹਾਂ ਉੱਥੇ ਗੋਲੀਬਾਰੀ ਕੀਤੀ ਜਾ ਰਹੀ ਹੈ ਜ਼ਬਰਦਸਤ। ਉੱਥੇ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਜਿਹੜੇ ਪੜ੍ਹ ਰਹੇ ਸੀ ਉਹ ਫਸੇ ਹੋਏ ਆ ਯੂਕਰੇਨ ਦੇ ਵਿੱਚ, ਕੁਝ ਵਿਦਿਆਰਥੀ ਆ ਵੀ ਗਏ ਆ। ਔਰ ਅੱਜ ਮੈਂ ਸੁਣ ਰਿਹਾ ਸੀ ਵੱਖ-ਵੱਖ ਵਿਦਿਆਰਥੀ ਜਿਹੜੇ ਭਾਰਤ ਪਹੁੰਚੇ ਆ, ਉਹ ਕਹਿ ਰਹੇ ਆ ਕਿ ਅਸੀਂ ਹੈਰਾਨ ਆ ਕਿ ਭਾਰਤ ਸਰਕਾਰ ਲਾਹਾ ਲੈ ਰਹੀ ਹੈ, ਇਹ ਕਹਿ ਰਹੀ ਹੈ ਕਿ ਅਸੀਂ ਵਿਦਿਆਰਥੀਆਂ ਨੂੰ ਵਰਦੇ ਬਰੂਦ ਦੇ ਵਿੱਚੋਂ ਬਚਾ ਕੇ ਲੈ ਕੇ ਆਏ ਹਾਂ। ਪਰ ਉਹ ਕਹਿ ਰਿਹਾ ਵੀ ਭਾਰਤ ਸਰਕਾਰ ਸਾਨੂੰ ਕਦੋਂ ਬਚਾ ਕੇ ਲੈ ਕੇ ਆਈ ਹੈ? ਅਸੀਂ ਤਾਂ ਆਪ ਲੰਬਾ ਸਫ਼ਰ ਤੈਅ ਕਰਕੇ, ਮੁਸ਼ਕਲਾਂ ਮੁਸੀਬਤਾਂ ਝੇੜ ਕੇ, ਜੇਬ ਚੋਂ ਪੈਸੇ ਖਰਚ ਕਰਕੇ ਅਸੀਂ ਦੂਸਰੇ ਦੇਸ਼ਾਂ ਵਿੱਚ ਪਹੁੰਚੇ ਤੇ ਉੱਥੇ ਸਾਨੂੰ ਬਿਠਾ ਕੇ ਸਰਕਾਰ ਇੱਥੇ ਲੈ ਕੇ ਆਈ ਹੈ। ਇਹਦੇ 'ਚ ਸਰਕਾਰ ਨੇ ਕੀ ਕਰ ਦਿੱਤਾ? ਲੇਕਿਨ ਪ੍ਰਧਾਨ ਮੰਤਰੀ ਦਾ ਮੈਂ ਭਾਸ਼ਣ ਸੁਣ ਰਿਹਾ ਸੀ। ਪ੍ਰਧਾਨ ਮੰਤਰੀ ਯੂਪੀ ਦੇ ਵਿੱਚ ਚੋਣ ਪ੍ਰਚਾਰ ਦੀ ਇੱਕ ਰੈਲੀ ਦੇ ਵਿੱਚ ਕਹਿ ਰਹੇ ਸੀ ਕਿ ਭਾਰਤ ਸਰਕਾਰ ਨੇ ਵਰਦੇ ਬਰੂਦ ਦੇ ਵਿੱਚੋਂ ਵਿਦਿਆਰਥੀ ਨੂੰ ਬਚਾ ਕੇ ਭਾਰਤ ਲੈ ਕੇ ਆਂਦਾ ਹੈ। ਉਹ ਆਪਣੀ ਪਿੱਠ ਥਪਥਪਾ ਰਹੇ ਆ। ਮਨਪ੍ਰੀਤ ਜੀ, ਇਹੋ ਜਿਹੀ ਤਰਾਸਦੀ, ਇਹੋ ਜਿਹੇ ਦੁੱਖ ਨੂੰ ਵੀ ਚੋਣ ਮੁੱਦਾ ਬਣਾਉਣਾ ਕਿੱਥੋਂ ਤੱਕ ਵਾਜਬ ਹੈ? ਦੇਖੋ, ਭਾਰਤ ਸਰਕਾਰ ਹਮੇਸ਼ਾ ਚਾਹੂਗੀ ਕਿ ਉਹ ਆਪਣੀ ਪਿੱਠ ਥਾਪੜੇ ਕਿ ਉਹਨਾਂ ਨੇ ਵਰਦੇ ਇਸ ਯੁੱਧ ਦੇ ਵਿੱਚ, ਜਦੋਂ ਲਗਾਤਾਰ ਯੂਕਰੇਨ ਤੇ ਗੋਲਾਬਾਰੀ ਹੋ ਰਹੀ ਹੈ ਤੇ ਉੱਥੇ 18,000 ਤੋਂ 20,000 ਤੱਕ ਜਿਹੜੇ ਵਿਦਿਆਰਥੀ ਫਸੇ ਹੋਏ ਸੀ, ਨਾਗਰਿਕ ਭਾਰਤ ਦੇ ਫਸੇ ਹੋਏ ਸੀ। ਹੁਣ ਤਾਂ ਕਾਫੀ ਜਿਹੜੇ ਨਾਗਰਿਕ ਆ ਉਹਨਾਂ ਨੂੰ ਇਵੈਕੂਏਟ ਜਾਂ ਉੱਥੋਂ ਕੱਢ ਲਿਆ ਗਿਆ, ਪਰ ਗੱਲ ਤੁਹਾਡੀ ਦਰਅਸਲ ਬਿਲਕੁਲ ਸਹੀ ਹੈ। ਤੁਸੀਂ ਦੇਖੋ, ਜਿਹੜੇ ਵਿਦਿਆਰਥੀ ਆ ਉਹ ਇੱਥੇ ਆ ਕੇ ਭਾਰਤ ਸਰਕਾਰ ਤੋਂ ਸਵਾਲ ਕਰ ਰਹੇ ਨੇ। ਉਹ ਕਹਿੰਦੇ ਕਿਸ ਤਰ੍ਹਾਂ ਦੀ ਇਵੈਕੂਏਸ਼ਨ ਆ? ਇਵੈਕੂਏਸ਼ਨ ਤਾਂ ਉਹ ਹੁੰਦੀ ਆ, ਕੱਢ ਕੇ ਤਾਂ ਉਦੋਂ ਲਿਆਇਆ ਜਾਂਦਾ ਜਦੋਂ ਜੋ ਮੁਲਕ ਹੁੰਦਾ ਉਹ ਯੁੱਧ ਵਿੱਚ ਹੋਵੇ, ਉਸ ਦੀ ਧਰਤੀ ਤੋਂ ਲਿਆਇਆ ਜਾਵੇ। ਇਹ ਤਾਂ ਆਪ ਕਈ ਕਿਲੋਮੀਟਰ ਤੁਰ ਕੇ, ਕਈ 100 ਕਿਲੋਮੀਟਰ ਤੁਰ ਕੇ ਇਹ ਬਾਰਡਰਾਂ ਤੱਕ ਪਹੁੰਚੇ ਆ। ਔਰ ਬਾਰਡਰਾਂ ਤੱਕ ਪਹੁੰਚਣ ਦੇ, ਜਿੱਥੇ ਰੋਮਾਨੀਆ ਹੈ, ਜਿੱਥੇ ਸਲੋਵਾਕੀਆ ਹੈ, ਜਿੱਥੇ ਪੋਲੈਂਡ ਹੈ, ਹੰਗਰੀ ਹੈ, ਉਹ ਕੋਈ ਸੌਖਾ ਨਹੀਂ ਹੈ। ਕੋਈ 1000 ਕਿਲੋਮੀਟਰ ਆ, ਕੋਈ 1500 ਕਿਲੋਮੀਟਰ ਆ, ਕੋਈ ਕੀਵ ਤੋਂ ਚੱਲਿਆ ਹੋਇਆ ਸਟੂਡੈਂਟ ਹੈ, ਕੋਈ ਖਾਰਕੀਵ ਤੋਂ ਚੱਲਿਆ ਹੋਇਆ। ਸੋ ਇਹ ਸਾਰੇ ਵੱਖਰੇ ਸ਼ਹਿਰਾਂ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਜਦੋਂ ਉਹ ਮੁਲਕਾਂ 'ਚ ਪਹੁੰਚ ਜਾਂਦੇ ਨੇ, ਰੋਮਾਨੀਆ ਜਾਂ ਪੋਲੈਂਡ, ਜਿੱਥੇ ਕਿਸੇ ਤਰ੍ਹਾਂ ਦਾ ਕੋਈ ਯੁੱਧ ਨਹੀਂ ਹੈ, ਕੋਈ ਲੜਾਈ ਨਹੀਂ ਹੈ, ਔਰ ਉੱਥੇ ਤੁਸੀਂ ਫਲਾਈਟਸ ਦੇ ਵਿੱਚ ਭੇਜ ਕੇ ਉੱਥੋਂ ਲੈ ਕੇ ਆ ਰਹੇ ਹੋ, ਠੀਕ ਹੈ, ਉੱਥੋਂ ਵੀ ਤੁਹਾਡਾ ਲਿਆਉਣਾ ਭਾਰਤ ਸਰਕਾਰ ਦਾ ਫਰਜ਼ ਬਣਦਾ। ਅੱਜ ਰਾਹੁਲ ਗਾਂਧੀ ਦਾ ਮੈਂ ਟਵੀਟ ਦੇਖ ਰਿਹਾ ਸੀ, ਉਹ ਕਹਿੰਦੇ ਕੋਈ ਅਹਿਸਾਨ ਨਹੀਂ ਕਰ ਰਹੀ ਭਾਰਤ ਸਰਕਾਰ ਉੱਥੇ ਜਿਹੜੇ ਵਿਦਿਆਰਥੀਆਂ ਨੂੰ ਕੱਢ ਕੇ, ਇਹ ਤਾਂ ਇਹਨਾਂ ਦਾ ਫਰਜ਼ ਬਣਦਾ। ਲੇਕਿਨ ਉਸ ਚੀਜ਼ ਨੂੰ ਇੰਨਾ ਇਹ ਬਣਾ ਦੇਣਾ ਇੱਕ ਚੋਣ ਦਾ ਮੁੱਦਾ, ਜਾਂ ਚੋਣਾਂ ਦੇ ਵਿੱਚ ਉਹਨੂੰ ਭੁਨਾਉਣ ਦੀ ਕੋਸ਼ਿਸ਼ ਕਰਨੀ, ਕੈਸ਼ ਕਰਨ ਦੀ ਕੋਸ਼ਿਸ਼ ਕਰਨੀ ਕਿ ਇਸ ਨਾਲ ਸਾਨੂੰ ਵੋਟਾਂ ਮਿਲ ਜਾਣਗੀਆਂ। ਖੈਰ, ਇਹ ਹਰੇਕ ਪਾਰਟੀ ਦਾ ਇੱਕ ਮੋਰਲ ਸੋਚ ਹੋ ਸਕਦੀ ਹੈ ਕਿ ਉਹਨਾਂ ਨੇ ਇਸ ਬਾਰੇ ਕੁਝ ਕਹਿਣਾ, ਲੇਕਿਨ ਲੋਕ ਇਹਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਕਰਨਗੇ। ਇਹ ਵੀ ਇੱਕ ਗੱਲ ਆ। ਹਾਂ, ਵਿਦਿਆਰਥੀ ਆ ਜਿਹੜੇ ਉਹ ਆਪਣੀ ਬਹੁਤ ਸਾਰੀਆਂ ਦਿੱਕਤਾਂ ਦਾ ਗੱਲ ਕਰ ਰਹੇ ਆ, ਇਹ ਆਪਾਂ ਨੂੰ ਪਤਾ ਹੀ ਆ। ਰਾਸਤੇ ਦੇ ਵਿੱਚ ਕਿਸ ਤਰ੍ਹਾਂ ਦਿੱਕਤਾਂ ਆਈਆਂ, ਈਵਨ ਕਿ ਜਿਹੜੀ ਯੂਕਰੇਨ ਦੀਆਂ ਅਥਾਰਟੀ ਸੀ, ਉੱਥੋਂ ਦੀ ਪੁਲਿਸ ਸੀ, ਉੱਥੋਂ ਦੀ ਫੌਜ ਸੀ, ਬਹੁਤ ਸਾਰੇ ਵਿਦਿਆਰਥੀਆਂ ਨੇ ਇਹੋ ਜਿਹੀਆਂ ਵੀ ਕਹਾਣੀਆਂ ਸੁਣਾਈਆਂ ਕਿ ਉਹਨਾਂ ਦੇ ਨਾਲ ਮਿਸਬਿਹੇਵ ਕੀਤਾ, ਉਹਨਾਂ ਨੂੰ ਮਾਰਿਆ ਕੁੱਟਿਆ ਗਿਆ, ਫਿਜ਼ੀਕਲੀ ਅਸੌਲਟ ਵੀ ਕੀਤਾ। ਇਸ ਤਰ੍ਹਾਂ ਦੀਆਂ ਵੀ ਗੱਲਾਂ ਵੇਖਣ ਨੂੰ, ਜਾਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਸਾਹਮਣੇ ਆਈਆਂ, ਜੋ ਵੱਖਰੇ ਨਿਊਜ਼ਪੇਪਰ ਹੋਣ, ਨਿਊਜ਼ ਚੈਨਲਸ ਹੋਣ, ਬਹੁਤ ਸਾਰੇ ਰਿਪੋਰਟਰ ਉੱਥੇ ਗਏ ਆ, ਉਹ ਸਾਰੇ ਇਹ ਵਰਤਾਂਤ ਸਾਨੂੰ ਦੱਸ ਰਹੇ ਨੇ। ਜੀ ਮਦਨਦੀਪ ਜੀ, ਇੱਕ ਦਿੱਲੀ ਦਾ ਪੰਜਾਬੀ ਨੌਜਵਾਨ, ਉਹਨੂੰ ਵੀ ਗੋਲੀ ਲੱਗੀ ਹੋਈ ਹੈ, ਉਹ ਹਸਪਤਾਲ ਦੇ ਵਿੱਚ ਹਾਲੇ ਤੱਕ ਦਾਖਲ ਹੈ, ਔਰ ਉਹ ਵੱਖ-ਵੱਖ ਚੈਨਲਾਂ ਦੇ ਆਪਣੇ ਵੀਡੀਓ ਭੇਜ ਕੇ ਦੁਹਾਈਆਂ ਦੇ ਰਿਹਾ ਕਿ ਮੈਨੂੰ ਬਚਾਇਆ ਜਾਏ, ਮੈਨੂੰ
ਯੂਕਰੇਨ ਦੇ ਵਿੱਚੋਂ ਕੱਢ ਕੇ ਭਾਰਤ ਲੈ ਕੇ ਜਾਇਆ ਜਾਏ, ਪਰ ਉਹਦੀ ਹਾਲੇ ਤੱਕ ਕਿਤੇ ਸੁਣਵਾਈ ਨਹੀਂ ਹੋਈ। ਇਸ ਤਰ੍ਹਾਂ ਦੇ ਕਈ ਬੱਚੇ ਜਿਹੜੇ ਹੈਗੇ ਆ ਵੱਖ-ਵੱਖ ਥਾਵਾਂ ਤੇ ਹਾਲੇ ਵੀ ਫਸੇ ਹੋਏ ਆ, ਔਰ ਇੱਧਰ ਸਾਡੀ ਸਰਕਾਰ ਜਿਹੜੀ ਹਾਲੇ ਵੀ ਆਪਣਾ ਮੁਫਤ 'ਚ ਪਿੱਠ ਥਪਥਪਾ ਰਹੀ ਹੈ। ਔਰ ਜੇ ਕਿਤੋਂ ਲੈ ਕੇ ਆ ਰਹੀ ਹੈ ਪੋਲੈਂਡ ਚੋਂ ਜਾਂ ਕਿਸੇ ਹੋਰ ਦੇਸ਼ ਦੇ ਵਿੱਚੋਂ, ਤਾਂ ਉਹ ਫਰਜ਼ ਬਣਦਾ ਹੈ, ਡਿਊਟੀ ਬਣਦੀ ਹੈ ਸਰਕਾਰ ਦੀ। ਹੋਰ ਸਰਕਾਰਾਂ ਹੁੰਦੀਆਂ ਕਾਹਦੇ ਲਈ ਹੈ। ਪਰ ਵਧਿਆ ਸੀ ਪੰਜਾਬ ਵੱਲ ਜਿਹੜੀ ਅਸੀਂ ਗੱਲ ਕਰ ਰਹੇ ਸੀ, ਪੰਜਾਬ ਦੇ ਵਿੱਚ BBMP ਤੋਂ ਲੈ ਕੇ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਨੇ, ਖਾਸ ਕਰਕੇ ਆਮ ਆਦਮੀ ਪਾਰਟੀ ਨੇ DC ਦਫ਼ਤਰ ਦੇ ਅੱਗੇ ਧਰਨੇ ਦਿੱਤੇ ਔਰ ਲਗਾਤਾਰ ਬੜੀ ਅਗਰੈਸਿਵ ਹੋ ਕੇ ਚੱਲ ਰਹੀ ਹੈ। ਇਉਂ ਲੱਗ ਰਿਹਾ ਸੀ ਜਿਵੇਂ ਉਹਨਾਂ ਨੇ ਦੁਬਾਰਾ ਚੋਣਾਂ ਚਾਉਣਾ ਹੋਵੇ। ਇੱਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਤਰ੍ਹਾਂ ਦੀ ਭੂਮਿਕਾ ਅਦਾ ਕੀਤੀ ਜਾ ਰਹੀ BBMP ਦੇ ਮਾਮਲੇ 'ਚ, ਜਿਵੇਂ ਵਿਰੋਧੀ ਧਿਰ ਜਿਹੜੀ ਹੈ ਉਹ, ਜਾਂ ਇਹ ਕਹਿ ਲਓ ਕਿ ਕੇਅਰ ਟੇਕਰ ਸਰਕਾਰ ਹੀ ਅਕਾਲੀ ਦਲ ਦੀ ਹੈ, ਕਾਂਗਰਸ ਦੀ ਨਹੀਂ ਹੈਗੀ। ਕਾਂਗਰਸ ਤੋਂ ਵੱਧ ਚੜ ਕੇ ਇਹ ਪਾਰਟੀਆਂ ਅੱਗੇ ਆ ਰਹੀਆਂ। ਇਹਨਾਂ ਨੂੰ ਹੁਣ ਚੇਤਾ ਆ ਰਿਹਾ ਹੈ ਕਿ ਪੰਜਾਬ ਦੇ ਨਾਲ ਧੱਕਾ ਹੋਇਆ ਆ। ਇਹਨਾਂ ਦੀ ਬਣਦੀ ਜਿਹੜੀ ਭੂਮਿਕਾ ਸੀ ਜਦੋਂ ਚੋਣਾਂ ਹੋ ਰਹੀਆਂ ਸੀ, ਉਦੋਂ ਇਹਨਾਂ ਨੂੰ ਪਤਾ ਕਿਉਂ ਨਹੀਂ ਲੱਗਿਆ ਕਿ ਐਡਾ ਵੱਡਾ ਜਿਹੜਾ ਕੰਮ ਕਰ ਦਿੱਤਾ ਕੇਂਦਰ ਨੇ, ਇੰਨਾ ਵੱਡਾ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਆ। ਇਹ ਕਿੱਥੇ ਸੁੱਤੇ ਰਹਿ ਗਏ ਮਨਪ੍ਰੀਤ ਜੀ? ਬਿਲਕੁਲ ਤੁਹਾਡੀ ਗੱਲ ਠੀਕ ਹੈ ਮਦਨਦੀਪ ਜੀ, ਵਾਕਿਆ ਸੁੱਤੇ ਰਹਿ ਗਏ। ਤੁਸੀਂ ਦੇਖੋ ਜਿਹੜਾ ਡੈਮ ਸੇਫਟੀ ਬਿੱਲ ਆ, BBMP ਦੀ ਤਾਂ ਗੱਲ ਬਾਅਦ ਚ ਆਉਂਦੀ ਆ। ਡੈਮ ਸੇਫਟੀ ਬਿੱਲ ਸਨ 2019 ਦੇ ਵਿੱਚ ਲੋਕ ਸਭਾ ਦੇ ਵਿੱਚ, ਤੇ ਉਸ ਤੋਂ ਬਾਅਦ ਪਿਛਲੇ ਸਾਲ ਯਾਨੀ ਕਿ ਸਨ 2021 ਦੇ ਵਿੱਚ ਰਾਜ ਸਭਾ ਦੇ ਵਿੱਚ ਪਾਸ ਹੁੰਦਾ। ਲੇਕਿਨ ਅਸੀਂ ਹਜੇ ਤੱਕ ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਲੋਕ ਸਭਾ ਦੇ MP ਹੋਣ ਜਾਂ ਰਾਜ ਸਭਾ ਦੇ ਹੋਣ, ਜਾਂ ਦਿੱਲੀ ਜਿਹੜੀ ਆਮ ਆਦਮੀ ਪਾਰਟੀ ਆ, ਇਹਨਾਂ ਦੇ ਵੀ ਰਾਜ ਸਭਾ ਦੇ 3 ਮੈਂਬਰ ਨੇ। ਕੀ ਇਹਨਾਂ ਨੇ ਕੋਈ ਵਿਰੋਧ ਕੀਤਾ, ਵਿਰੋਧ ਜਤਾਇਆ ਜਾਂ ਕਿਤੇ ਕੇਸ ਕੀਤਾ? ਸਾਨੂੰ DMK ਪਾਰਟੀ ਦਾ ਪਤਾ ਤਾਮਿਲਨਾਡੂ 'ਚ, ਉਹਨਾਂ ਨੇ ਮਦਰਾਸ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਇਸ ਡੈਮ ਸੇਫਟੀ ਐਕਟ ਨੂੰ ਲੈ ਕੇ, ਲੇਕਿਨ ਸਾਡੇ ਇੱਥੋਂ ਵਿਰੋਧ ਨਹੀਂ ਹਟਿਆ। ਲੇਕਿਨ ਹੁਣ ਤੁਸੀਂ ਦੇਖੋ ਜਦੋਂ CISF ਲਾਉਣ ਲੱਗੇ ਆ, ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ, ਔਰ ਪੰਜਾਬ ਪੁਲਿਸ ਜਾਂ ਹਿਮਾਚਲ ਪ੍ਰਦੇਸ਼ ਪੁਲਿਸ ਨੂੰ ਹਟਾਉਣ ਲੱਗੇ ਆ, ਤੇ ਫਿਰ ਇਹ ਰੌਲਾ ਪੈ ਰਿਹਾ। BBMP ਦੀ ਜਿਵੇਂ ਦੱਸਿਆ ਤੁਸੀਂ ਗੱਲ ਕੀਤੀ ਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੀ ਪ੍ਰਤੀਨਿਧਤਾ ਜਾਂ ਇਹਨਾਂ ਦੀ ਨੁਮਾਇੰਦਗੀ ਆ, ਜਿਹੜੀ ਰੈਪਰੈਜ਼ੈਂਟੇਸ਼ਨ ਆ, ਉਸ ਨੂੰ ਹੁਣ ਲਗਭਗ ਖਾਰਜ ਕਰ ਦਿੱਤਾ, ਕੰਡੀਸ਼ਨਲ ਕਰਤਾ ਕਿ ਜ਼ਰੂਰੀ ਨਹੀਂ ਹੋਏਗਾ। ਪਹਿਲਾਂ ਤਾਂ ਲਾਜ਼ਮੀ ਹੁੰਦਾ ਸੀ ਕਿ ਪੰਜਾਬ ਦਾ ਮੈਂਬਰ ਪਾਵਰ ਹੋਣਾ ਹੀ ਹੋਣਾ, ਇਸੇ ਤਰ੍ਹਾਂ ਦਾ ਹਰਿਆਣਾ ਦਾ ਮੈਂਬਰ ਇਰੀਗੇਸ਼ਨ ਹੋਣਾ ਹੀ ਹੋਣਾ। ਇਹਨਾਂ ਚੀਜ਼ਾਂ ਨੂੰ ਵੀ ਖਤਮ ਕੀਤਾ ਜਾ ਰਿਹਾ। ਔਰ ਇਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚੋਂ, ਪੰਜਾਬ ਕੈਡਰ ਦੇ ਵਿੱਚ ਜਿਹੜੀਆਂ ਨੌਕਰੀਆਂ, ਅੱਜ ਵੀ ਪਤਾ ਲੱਗ ਰਿਹਾ ਕਿ BBMP ਦੇ ਵਿੱਚ ਪੰਜਾਬ ਕੈਡਰ ਤੋਂ ਲਗਭਗ 1100 ਉੱਥੋਂ ਦੇ ਪਦ ਖਾਲੀ ਪਏ ਆ, ਉੱਥੋਂ ਦੇ ਅਹੁਦੇ ਖਾਲੀ ਪਏ ਆ, ਪੋਸਟਾਂ ਖਾਲੀ ਪਈਆਂ। ਇਸੇ ਤਰ੍ਹਾਂ ਇਹ ਵੀ ਪਤਾ ਲੱਗਾ ਕਿ ਚੰਡੀਗੜ੍ਹ ਤੋਂ ਕੋਈ 112 ਮੈਡੀਕਲ ਆਫੀਸਰਸ ਜਾਂ ਜਿਹੜੇ ਡਾਕਟਰਸ ਹੁੰਦੇ ਆ, ਉਹਨਾਂ ਨੂੰ ਦੁਬਾਰਾ ਰੀਪੈਟਰੀਏਟ ਕੀਤਾ ਜਾ ਰਿਹਾ, ਯਾਨੀ ਕਿ ਉਹਨਾਂ ਨੂੰ ਵਾਪਸ ਪੰਜਾਬ ਕੈਡਰ ਭੇਜਿਆ ਜਾ ਰਿਹਾ। ਕਿ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਜਾਂ ਪੰਜਾਬ ਦਾ ਹੱਕ ਆ, ਉਹ ਹੌਲੀ ਹੌਲੀ ਚੰਡੀਗੜ੍ਹ ਤੋਂ ਖਤਮ ਕੀਤਾ ਜਾ ਰਿਹਾ, ਜਾਂ ਜਿਹੜਾ ਸਾਡਾ ਸੰਘੀ ਢਾਂਚਾ, ਕੀ ਉਹਦੀ ਸੰਘੀ ਕੁੱਟੀ ਜਾ ਰਹੀ ਹੈ ਫੈਡਰਲ ਸਟਰਕਚਰ ਦੀ। ਇਹਦੇ ਨਾਲ ਹੀ ਮਨਪ੍ਰੀਤ ਜੀ ਇੱਕ ਹੋਰ ਜਿਹੜੀ ਗੱਲ ਹੈਗੀ ਆ, ਜਿਹੜੀ ਇੱਕ ਆਵਾਜ਼ ਉੱਠ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਅੰਦਰੋਂ ਖਾਸ ਕਰਕੇ, ਉਹ ਇਹ ਉੱਠ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਇੱਕ ਰਾਜ ਸਭਾ ਦੀ ਸੀਟ ਜਿਹੜੀ ਹੈਗੀ ਹੈ, ਉਹ ਜਿਹੜੀ ਹੈ ਉਹਨੂੰ ਬਣਾਇਆ ਜਾ, ਇੱਕ ਰਾਜ ਸਭਾ ਦਾ ਮੈਂਬਰ ਬਣਾਇਆ ਜਾਣਾ ਚਾਹੀਦਾ ਆ। ਇਹਦਾ ਮਤਲਬ ਇਹ ਆ ਕਿ ਹੌਲੀ ਹੌਲੀ ਕਰਕੇ ਚੰਡੀਗੜ੍ਹ ਨੂੰ ਪੰਜਾਬ ਤੋਂ ਬਿਲਕੁਲ ਵੱਖ ਕਰਕੇ ਇੱਕ ਵੱਖਰਾ ਜਿਹੜਾ ਸੂਬਾ ਆ, ਉਹਨੂੰ ਵੱਖਰੇ ਸੂਬੇ ਦੇ ਤੌਰ ਤੇ ਜਾਂ ਇਹ ਪਰਮਾਨੈਂਟ ਯੂਨਿਟ ਟੈਰੀਟਰੀ ਬਣਾਉਣ ਦੇ ਵੱਲ ਜਿਹੜੀ ਹੈ ਕੇਂਦਰ ਸਰਕਾਰ ਦੇ ਕਦਮ ਵੱਧ ਰਹੇ ਅੱਗੇ ਜੀ। ਬਿਲਕੁਲ ਠੀਕ ਹੈ ਮਦਨਦੀਪ ਜੀ, ਪੰਜਾਬ ਦਾ ਇੱਕ ਤਰ੍ਹਾਂ ਦਾ ਜਿਹੜਾ ਹੱਕ ਆ ਚੰਡੀਗੜ੍ਹ ਤੇ, ਉਹ ਚੰਡੀਗੜ੍ਹ ਨੂੰ ਬਤੌਰ ਕੈਪੀਟਲ ਉਹ ਪੰਜਾਬ ਨੂੰ ਟਰਾਂਸਫਰ ਤਾਂ ਕੀ ਕਰਨਾ ਸੀ, ਬਲਕਿ ਵੱਧ ਤੋਂ ਵੱਧ ਜਿਹੜੇ ਦਿਨ ਬ ਦਿਨ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਹੱਕ ਚੰਡੀਗੜ੍ਹ ਤੋਂ ਖਤਮ ਕੀਤੇ ਜਾ ਰਹੇ ਨੇ। ਜਿਹੜੇ ਸਾਡੇ ਅਫਸਰ ਹੁੰਦੇ ਸੀ 60-40 ਦੀ ਰੇਸ਼ੋ ਨਾਲ ਜਾਂਦੇ ਹੁੰਦੇ ਸੀ, ਕਿਉਂਕਿ 60% ਉਹਨਾਂ ਨੇ ਪੰਜਾਬ ਤੋਂ ਲੈਣੇ ਹੁੰਦੇ ਸੀ, ਪੰਜਾਬ ਕੈਡਰ ਤੋਂ ਲੈਣੇ ਹੁੰਦੇ ਸੀ, ਉਹਨਾਂ ਦੀ ਨੁਮਾਇੰਦਗੀ ਵੀ ਹੌਲੀ ਹੌਲੀ ਖਤਮ ਕੀਤੀ ਜਾ ਰਹੀ ਹੈ। ਸੋ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਇਹੀ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ, ਉਹ ਹੋਰ ਮੁੱਦੇ ਬਹੁਤ ਚੱਕਦੀਆਂ ਨੇ, ਲੇਕਿਨ ਜਿਹੜੇ ਇਸ ਤਰ੍ਹਾਂ ਦੇ ਮੁੱਦੇ ਆ ਪੰਜਾਬ ਦੇ ਫੈਡਰਲ ਸਟਰਕਚਰ ਨੂੰ ਲੈ ਕੇ, ਪੰਜਾਬ ਦੇ ਜਿਹੜੇ ਸੰਘੀ ਢਾਂਚੇ ਨੂੰ ਲੈ ਕੇ, ਔਰ ਪੰਜਾਬ ਦੇ ਜਿਹੜੇ ਹੱਕ ਹਕੂਕ ਜਿਹੜੇ ਖਤਮ ਕੀਤੇ ਜਾ ਰਹੇ ਨੇ ਚੰਡੀਗੜ੍ਹ ਤੋਂ, ਉਸ ਚੀਜ਼ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਕਦੇ ਪਿਛਲੇ ਦਿਨਾਂ ਦੇ ਵਿੱਚ ਮੈਂ ਕੋਈ ਬਹੁਤ ਵੱਡੀ ਐਜੀਟੇਸ਼ਨ ਦੇਖੀ ਹੋਵੇ। ਕੋਈ ਟਵੀਟ ਕਰ ਦਿੰਦਾ, ਕੋਈ ਥੋੜਾ ਬਹੁਤਾ ਸੰਕੇਤਿਕ ਧਰਨਾ ਲਾ ਦਿੰਦਾ, ਲੇਕਿਨ ਇੱਕ ਜਿਹੜੀ ਲੜਾਈ ਮਿੱਥ ਕੇ ਲੜਨੀ ਚਾਹੀਦੀ ਸੀ, ਉਹ ਮੈਂ ਕਿਸੇ ਵੀ ਪੋਲੀਟੀਕਲ ਪਾਰਟੀ ਵੱਲੋਂ ਨਹੀਂ ਦੇਖੀ। ਔਰ ਕਾਂਗਰਸ ਤੇ ਵੀ ਬੜੀ ਹੈਰਾਨੀ ਹੁੰਦੀ ਹੈ, ਚਾਹੇ ਕੇਅਰ ਟੇਕਰ ਗਵਰਨਮੈਂਟ ਆ, ਉਹਨਾਂ ਵੱਲੋਂ ਵੀ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਆਉਣੀਆਂ ਚਾਹੀਦੀਆਂ ਸੀ, ਸਟੇਟਮੈਂਟਸ ਆਉਣੀਆਂ ਚਾਹੀਦੀਆਂ ਸੀ, ਉਹ ਨਹੀਂ ਆ ਰਹੀਆਂ। ਹਾਲਾਂਕਿ ਮੈਂ 6-7 ਜਿਹੜੇ MPs ਨੇ ਉਹ ਕਾਂਗਰਸ ਦੇ
ਉਹ ਜਾ ਕੇ ਮੀਨਾਕਸ਼ੀ ਲੇਖੀ ਜਿਹੜੇ ਯੂਨੀਅਨ ਮਿਨਿਸਟਰ ਨੇ ਉਹਨਾਂ ਨੂੰ ਤਾਂ ਮਿਲਦੇ ਹੋਏ ਜ਼ਰੂਰ ਦੇਖੇ, ਉਹਨਾਂ ਨਾਲ ਫੋਟੋ ਵੀ ਖਿਚਾਈ ਤਾਂ ਕਿ ਜਿਹੜੇ ਯੂਕਰੇਨ ਤੋਂ ਵਿਦਿਆਰਥੀ ਆ ਉਹਨਾਂ ਨੂੰ ਇੱਥੇ ਵਾਪਸ ਸੁਰੱਖਿਅਤ ਕੱਢ ਕੇ ਲੈ ਕੇ ਆਂਦਾ ਜਾ ਸਕੇ। ਲੇਕਿਨ ਜਿਹੜੇ BBMP ਦੇ ਹੋਏ ਕੇਂਦਰ ਜੋ ਜਿਸ ਤਰ੍ਹਾਂ ਦਾ ਧੱਕਾ ਕਰ ਰਿਹਾ, ਜਿਸ ਤਰ੍ਹਾਂ ਰੋਜ਼ ਫੈਡਰਲ ਸਟਰਕਚਰ ਨੂੰ ਸਾਡੇ ਨੂੰ ਖਤਮ ਕਰ ਰਿਹਾ, ਉਸ ਵੱਲ ਬਹੁਤ ਜ਼ਿਆਦਾ ਆਵਾਜ਼ਾਂ ਨਹੀਂ ਸੁਣੀਆਂ। ਹਾਲਾਂਕਿ ਹੁਣ ਥੋੜ੍ਹੀਆਂ ਬਹੁਤੀਆਂ ਆਵਾਜ਼ਾਂ ਆਉਣ ਲੱਗੀਆਂ, ਪਰ ਮੈਨੂੰ ਲੱਗਦਾ ਪਾਣੀ ਦਿਨੋ ਦਿਨ ਸਿਰ ਤੋਂ ਲੰਘਦਾ ਜਾ ਰਿਹਾ ਔਰ ਬਹੁਤ ਜਲਦੀ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਦਾ ਵਿਰੋਧ ਕਰਨ ਦੀ ਲੋੜ ਆ। ਮਨਪ੍ਰੀਤ ਜੀ, ਕਿਸੇ ਨੇ ਪੁੱਛਿਆ ਕਾਂਗਰਸ ਦੇ ਲੀਡਰਾਂ ਨੂੰ ਕਿ ਮੁੱਖ ਮੰਤਰੀ ਚੰਨੀ ਕਿਉਂ ਨਹੀਂ ਬੋਲ ਰਹੇ। ਪਤਾ ਲੱਗਿਆ ਕਿ ਮੁੱਖ ਮੰਤਰੀ ਚੰਨੀ ਤਾਂ ਆਸਾਮ ਗਏ ਹੈ ਮੁੱਖ ਮੰਦਰ 'ਚ ਮੱਥਾ ਟੇਕਣ, ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਉੱਥੋਂ ਜਾ ਕੇ ਮੰਗ ਕਰ ਰਿਹਾ ਮਾਤਾ ਤੋਂ। ਉਹ ਕਿੱਥੋਂ ਬੋਲਣਗੇ? ਇਹ ਕਿੰਨੀ ਹੈਰਾਨੀ ਦੀ ਗੱਲ ਹੈਗੀ ਹੈ। ਇਹਨਾਂ ਨੂੰ ਆਪਣੀ ਜਿੱਤ ਹਾਰ ਦੀ ਚਿੰਤਾ ਪਈ ਹੋਈ ਹੈ, ਪਰ ਪੰਜਾਬ ਦਾ ਕੀ ਹੋ ਰਿਹਾ ਪੰਜਾਬ ਬਾਰੇ ਬਿਲਕੁਲ ਚਿੰਤਾ ਨਹੀਂ। ਹਾਂ, ਬਿਆਨ ਜ਼ਰੂਰ ਸੁਣ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਕਿ ਹੌਲੀ ਹੌਲੀ ਕਰਕੇ ਜਿਵੇਂ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ ਆ, ਇਵੇਂ ਪੰਜਾਬ ਨਾਲ ਹੋਊਗੀ। ਪੰਜਾਬ ਨੂੰ ਵੀ ਉਹਨਾਂ ਨੇ ਹੌਲੀ ਹੌਲੀ ਕਰਕੇ ਆਪਣੇ ਕਬਜ਼ੇ 'ਚ ਲੈ ਲੈਣਾ ਹੈ ਕੇਂਦਰ ਸਰਕਾਰ ਨੇ। ਪਰ ਪੰਜਾਬ ਨੂੰ ਬਚਾਉਣ ਦਾ ਠੋਸ ਏਜੰਡਾ ਹਾਲੇ ਤੱਕ ਕਿਸੇ ਵੀ ਪਾਰਟੀ ਦੇ ਕੋਲੋਂ ਸਾਡੇ ਸਾਹਮਣੇ ਉਸ ਤਰ੍ਹਾਂ ਨਹੀਂ ਆਇਆ। ਜਿਵੇਂ ਸ਼੍ਰੋਮਣੀ ਅਕਾਲੀ ਦਲ ਪਹਿਲੇ ਅਧਿਕਾਰਾਂ ਨੂੰ ਲੈ ਕੇ, ਵੱਧ ਅਧਿਕਾਰਾਂ ਨੂੰ ਲੈ ਕੇ ਲੜਦੀ ਆ ਰਹੀ ਹੈ, ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਇੱਕ ਕਲੀਅਰ ਏਜੰਡਾ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਹੁੰਦੇ ਸੀ। ਪਰ ਸ਼੍ਰੋਮਣੀ ਅਕਾਲੀ ਦਲ ਬਗੈਰ ਏਜੰਡੇ ਤੋਂ ਸਿਰਫ ਬਿਆਨਾਂ ਤੱਕ ਸੀਮਤ ਹੋ ਗਈ ਹੈ। ਤਾਂ ਫਿਰ ਪੰਜਾਬ ਦਾ ਵਾਰਸ ਕੌਣ ਹੈ? ਨਾ ਕਾਂਗਰਸ ਬੋਲ ਰਹੀ ਹੈ, ਨਾ ਅਕਾਲੀ ਦਲ ਬੋਲ ਰਿਹਾ ਆ। ਆਮ ਆਦਮੀ ਪਾਰਟੀ ਤੋਂ ਤੁਸੀਂ ਉਸ ਤਰ੍ਹਾਂ ਦੀ ਉਮੀਦ ਨਹੀਂ ਕਰ ਸਕਦੇ। ਆਮ ਆਦਮੀ ਪਾਰਟੀ ਤੇ ਦਿੱਲੀ ਨੂੰ ਬਚਾ ਸਕੀ, ਆਮ ਆਦਮੀ ਪਾਰਟੀ ਤੋਂ ਕੀ ਉਮੀਦ ਕਰ ਸਕਦੇ ਹੋ? ਇਧਰ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਸਾਡੀ ਸਰਕਾਰ ਪੰਜਾਬ 'ਚ ਬਣੂਗੀ। ਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣ ਗਈ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਲਈ ਕਰੂਗੀ ਕੀ? ਇਹ ਵੱਡਾ ਸਵਾਲ ਨਹੀਂ? ਜੀ ਬਿਲਕੁਲ ਠੀਕ ਹੈ ਮਦਨਦੀਪ ਜੀ। ਤੁਸੀਂ ਸ਼੍ਰੋਮਣੀ ਅਕਾਲੀ ਦਲ ਦੀ ਦੇਖੋ, ਆਮ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਰਾਜਨੀਤੀ ਹੈ, ਜੇ ਸਿਆਸਤ, ਉਹ ਕੇਂਦਰ ਦੇ ਖਿਲਾਫ ਖੜੇ ਹੋਣ ਦੀ ਰਹੀ ਹੈ ਅੱਜ ਤੱਕ। ਹਮੇਸ਼ਾ ਕਾਂਗਰਸ ਦਾ, ਜਦੋਂ ਵੀ ਕਾਂਗਰਸ ਕੇਂਦਰ 'ਚ ਹੁੰਦੀ ਸੀ, ਉਹਦਾ ਡਟ ਕੇ ਵਿਰੋਧ ਕਰਦੇ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਦੀ ਬੜੀ ਜਿਹੜੀ ਸਥਿਤੀ ਆ, ਉਹ ਬੜੀ ਔਖੀ ਹੋਈ ਆ, ਬੜੀ ਦੁਚਿੱਤੀ 'ਚ ਆ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਅਸੀਂ ਰਾਜਨੀਤੀ ਕਿਸ ਤਰ੍ਹਾਂ ਦੀ ਕਰੀਏ। ਤੁਸੀਂ ਦੇਖੋ, ਸ਼੍ਰੋਮਣੀ ਅਕਾਲੀ ਦਲ ਕਦੇ ਵੀ ਭਾਜਪਾ ਦੇ ਖਿਲਾਫ ਖੁੱਲ ਕੇ ਨਹੀਂ ਬੋਲ ਰਿਹਾ। ਲੱਗਦਾ ਕਿਤੇ ਨਾ ਕਿਤੇ ਗੱਠਜੋੜ ਦੀਆਂ ਉਹਨਾਂ ਨੂੰ ਉਮੀਦਾਂ ਲੱਗੀਆਂ ਹੋਣੀਆਂ, ਕਿਉਂਕਿ ਬੜੇ ਤਰ੍ਹਾਂ ਦੀਆਂ ਸੁਰਾਂ 'ਚ ਆਵਾਜ਼ਾਂ ਆਉਂਦੀਆਂ। ਬਿਕਰਮ ਸਿੰਘ ਮਜੀਠੀਆ ਦੀ ਕਦੇ ਆਵਾਜ਼ ਆਉਂਦੀ ਹੈ, ਕਦੇ ਕਿਸੇ ਹੋਰ ਲੀਡਰ ਦੀ ਆਉਂਦੀ ਹੈ ਕਿ ਹੋ ਸਕਦਾ ਸਾਡਾ ਗੱਠਜੋੜ ਹੋ ਜੇ। ਗੱਲ ਤਾਂ ਸਾਰੀ ਕਵਾਇਦ ਹੈ, ਜਿਹੜੀ ਕੋਸ਼ਿਸ਼ ਆ ਉਹ ਤਾਂ ਸਰਕਾਰ ਬਣਾਉਣ 'ਚ ਲੱਗੀ ਹੋਈ ਆ। ਕੋਸ਼ਿਸ਼ਾਂ ਤਾਂ ਇਹ ਚੱਲ ਰਹੀਆਂ ਕਿ ਦੁਬਾਰਾ ਅਸੀਂ ਆਪਸ 'ਚ ਇਕੱਠੇ ਹੋ ਜਾਈਏ। ਦੂਸਰੇ ਪਾਸੇ ਇਹੋ ਜਿਹੇ ਏਡੇ ਏਡੇ ਵੱਡੇ ਮਸਲੇ ਆ ਕਿ ਨਾਲ ਰਲ ਕੇ ਉਹ ਮਸਲੇ ਹੱਲ ਕਰਾ ਲੈਣਗੇ। ਤੁਸੀਂ ਯਾਦ ਕਰੋ ਕਿਸ ਤਰ੍ਹਾਂ ਇਹਨਾਂ ਦੇ ਨਾਲ ਰਲੇ ਹੋਣ ਦੇ ਬਾਵਜੂਦ ਵੀ ਹਰਸਿਮਰਤ ਕੌਰ ਬਾਦਲ ਕੈਬਨਿਟ ਮੰਤਰੀ ਹੁੰਦੇ ਸੀ ਯੂਨੀਅਨ ਗਵਰਨਮੈਂਟ ਦੇ ਵਿੱਚ। ਉਸ ਦੇ ਬਾਵਜੂਦ ਵੀ ਕਿਸ ਤਰ੍ਹਾਂ ਖੇਤੀ ਕਾਨੂੰਨ ਆ ਗਏ ਸੀ, ਪਹਿਲਾਂ ਆਰਡੀਨੈਂਸ ਆ ਗਿਆ ਸੀ, ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੀ ਜਿਹੜੀ ਸਿਆਸੀ ਜ਼ਮੀਨ ਆ ਉਹ ਪੰਜਾਬ 'ਚੋਂ ਖੁੱਸ ਜੇਗੀ, ਉਸ ਤੋਂ ਬਾਅਦ ਜਾ ਕੇ ਇਹ ਜਿਹੜਾ ਗੱਠਜੋੜ ਇਹਨਾਂ ਨੇ ਤੋੜਿਆ। ਉਸ ਤੋਂ ਬਾਅਦ ਇਹਨਾਂ ਨੂੰ ਲੱਗਾ ਕਿ ਸ਼ਾਇਦ ਹੁਣ ਸਾਡੀ ਜਿਹੜੀ ਸਿਆਸੀ ਜ਼ਮੀਨ ਆ ਬਚ ਗਈ ਆ। ਸੋ ਇਸ ਟਾਈਮ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਆਪਣੀ ਸਿਆਸਤ ਨੂੰ ਪੰਜਾਬ ਦੇ ਵਿੱਚ ਸਾਧਨ ਲਈ ਜਾਂ ਅੱਗੇ ਵਧਾਉਣ ਲਈ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਨਵੀਆਂ ਕੋਸ਼ਿਸ਼ਾਂ ਕਰਨੀਆਂ ਪਣੀਆਂ, ਕਿਉਂਕਿ ਨਵੇਂ ਸਮੀਕਰਨ ਬਣ ਰਹੇ ਆ। ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਤੁਹਾਡੀ ਗੱਲ ਬਿਲਕੁਲ ਠੀਕ ਆ। ਉਹਨਾਂ ਨੇ ਤਾਂ ਹੁਣ ਦਿੱਲੀ ਲਈ ਜਿਹੜਾ ਸਟੇਟ ਦਾ ਦਰਜਾ ਮੰਗਣਾ ਉਹੀ ਬੰਦ ਕਰਤਾ। ਇੱਥੋਂ ਤੱਕ ਕਿ ਜਦੋਂ ਜੰਮੂ ਕਸ਼ਮੀਰ ਨੂੰ UT ਬਣਾਇਆ ਗਿਆ, ਤੁਹਾਨੂੰ ਯਾਦ ਹੋਣਾ, ਉਦੋਂ ਵੀ ਨਹੀਂ ਬੋਲੇ, ਬਲਕਿ ਉਹਨਾਂ ਦਾ ਸਾਥ ਦਿੱਤਾ ਉਸ ਬਿੱਲ ਦਾ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਇਹਨਾਂ ਪਾਰਟੀਆਂ ਤੋਂ ਜ਼ਿਆਦਾ ਉਮੀਦ ਕਰਨੀ ਕੋਈ ਬਣਦੀ ਨਹੀਂ। ਜਿੱਥੇ ਤੱਕ ਕਾਂਗਰਸ ਦਾ ਸਵਾਲ ਆ, ਕਾਂਗਰਸ ਦੀ ਚੁੱਪੀ ਤੁਸੀਂ ਆਪ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਤਾਂ ਅਸਾਮ ਦੇ ਵਿੱਚ ਮੱਥਾ ਟੇਕਣ ਗਏ ਹੋਏ ਨੇ। ਉਹ ਉੱਥੇ ਜਾ ਕੇ ਉਹ ਜਿਹੜੀ ਆ ਪ੍ਰੇਅਰਸ ਕਰ ਰਹੇ ਨੇ, ਪਾਠ ਪੂਜਾ ਕਰ ਰਹੇ ਨੇ ਕਿ ਉਹ ਜਿੱਤ ਜਾਣ। ਸੋ ਮੈਨੂੰ ਲੱਗਦਾ ਪੰਜਾਬ ਦੇ ਵੱਲ ਕਿਸੇ ਦਾ ਧਿਆਨ ਨਹੀਂ ਹੈ। ਧਿਆਨ ਸਿਰਫ ਸਰਕਾਰਾਂ ਬਣਾਉਣ ਤੱਕ ਹੀ ਸੀਮਤ ਆ। ਜਿਹੜੇ ਪੰਜਾਬ ਦੇ ਬਹੁਤ ਵੱਡੇ ਏਜੰਡੇ ਆ, ਜਿਸ ਤਰ੍ਹਾਂ ਦੀ ਪੰਜਾਬ ਦੀ ਖੁਦਮੁਖਤਿਆਰੀ ਕੇਂਦਰ ਤੋਂ ਖਤਮ ਕੀਤੀ ਜਾ ਰਹੀ ਹੈ। ਤੁਸੀਂ ਦੇਖੋ, ਇਸ ਤੋਂ ਪਹਿਲਾਂ BSF ਦਾ 50 ਕਿਲੋਮੀਟਰ ਦਾ ਘੇਰਾ ਵੀ ਵਧਾ ਕੇ ਰੱਖਤਾ। ਉਸ ਦੇ ਵਿੱਚ ਹਜੇ ਤੱਕ ਪੰਜਾਬ ਦਾ, ਬਾਅਦ ਦੇ ਵਿੱਚ ਸਾਨੂੰ 2-4 ਆਵਾਜ਼ਾਂ ਸੁਣਾਈ ਦਿੱਤੀਆਂ, ਲੇਕਿਨ ਮੌਕੇ ਤੇ ਕਿਸੇ ਨੇ ਵਿਰੋਧ ਨਹੀਂ ਕੀਤਾ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਅੱਗੇ ਗੱਲਬਾਤ ਕਰਨ ਦਾ। ਬਸ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਜੇ ਕੁਝ ਕੀਤਾ ਹੁੰਦਾ ਤਾਂ ਫਿਰ ਜਾ ਕੇ ਰੱਬ ਤੋਂ ਸੁੱਖਣ ਦੀ ਲੋੜ ਹੀ ਨਹੀਂ ਸੀ, ਸਰਕਾਰ ਬਣ ਜਾਂਦੀ। ਪਰ ਹਾਲਾਤ ਇਹ ਆ ਕਿ ਪੰਜਾਬ ਕੁਰਲਾ ਰਿਹਾ ਆ, ਪੰਜਾਬ ਦੇ ਉੱਤੇ ਰਾਤ ਦਿਨ ਹਮਲੇ ਹੋ ਰਹੇ ਆ, ਪਰ ਸਾਡੀਆਂ ਸਿਆਸੀ ਪਾਰਟੀਆਂ ਆਪਣੀ ਆਪਣੀ ਕੁਰਸੀ ਬਚਾਉਣ ਲਈ ਕਿਤੇ ਨਾ ਕਿਤੇ ਸਮਝੌਤੇ ਕਰ ਰਹੀਆਂ। ਇਹ ਸਾਫ਼ ਹੋ ਰਿਹਾ ਸਾਰਾ ਕੁਝ।
ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਇਹਨਾਂ ਦਾ ਕੀ ਰੁਖ ਹੋਏਗਾ, ਕਿਵੇਂ ਪੰਜਾਬ ਦੇ ਮਸਲਿਆਂ ਨਾਲ ਨਜਿੱਠਣਗੇ। ਸੋ ਬਹੁਤ ਬਹੁਤ ਮਿਹਰਬਾਨੀ ਸਾਡੇ ਨਾਲ ਬਣੇ ਰਹਿਣ ਦੀ। ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਮਦਨਦੀਪ ਜੀ।